कहानी गुरमुख सिंह दी है जिन्हां ने 1500 रुपए की नौकरी तो शुरुआत करके अपने 47 ट्रक पाए। ट्रक्कां नाल मोह इन्ना सी कि ट्रक्कां दी कमाई तो बनाईयां ये 4 कोठियां दे उपर ही बना दिते ट्रक। पंजाब दे दुआबे तो उठ के देसी जय जट ने गुवाहाटी च जाके लईयां कोले दियां खानां। शुरुआत उही आपां 88-99 की कर लीए जदों तुसीं अपनी जिंदगी का संघर्ष शुरू किया। 1500 रुपए तो तुसीं दसदे हो कि कीता, तां उदों मन च की सीगा, गुवाहाटी मन च की लैके गए? इत्थों फिर वो गरीबी के कारण ही मैं गुवाहाटी गया 89 च, मोटा मोटी 89 लास्ट 90 च। फिर उत्थे जाके 1500 की नौकरी की। मालक हरेक महीने 500 रुपया वधा दिंदा। फिर सजे हजे 2000-2500 करते करते 3500 हो गई जी। उदू बाद फिर मालक ने 1995 मैंने पहली गड्डी लैके दी। सुल्तान नकोदरों पुछ लो भी लंबड़दार से जाना, तुम दसणगे फलाना डेरा ਉਹਦਾ। ਇਹ ਕੱਲੀਆਂ ਕੋਠੀਆਂ ਜਿਹੜੀਆਂ ਬਣੀਆਂ ਨਾ ਤੁਸੀਂ ਦੇਖੋ, ਪਰ ਇਹ ਬਣੀਆਂ ਕਿਵੇਂ ਨੇ ਪਿੱਛੋਂ ਉਹ ਦੇਖਣ ਵਾਲੀ ਗੱਲ ਆ। ਕਿਉਂਕਿ ਅਕਸਰ ਮੈਂ ਕਹਿਣਾ ਹੁੰਦਾ ਕਿ ਗੁੱਡੀ ਚੜੀ ਤਾਂ ਹਰ ਕੋਈ ਦੇਖਦਾ, ਪਰ ਚੜੀ ਕਿਵੇਂ ਆ ਉਹ ਕੋਈ ਨਹੀਂ ਦੇਖਦਾ। ਤਾਂ ਪਰਿਵਾਰ ਅੱਜ ਸੁਖੀ ਵਸ ਰਿਹਾ ਹੈ ਇਹ ਸੰਘਰਸ਼ ਦੀ ਬਦੌਲਤ। ਆਮ ਦੇਖੀਦਾ ਜਿਹੜਾ ਕੋਈ ਬਾਹਰ ਗਿਆ ਜਹਾਜ਼ ਬਣਾਉਂਦਾ ਸੀਗਾ, ਜਿਨ੍ਹਾਂ ਨੂੰ ਮੋਟਰਸਾਈਕਲ ਦਾ ਸ਼ੌਂਕ, ਬੁਲਟ ਬਣੇ ਹੋਏ ਆ, ਇਦਾਂ ਹੀ ਬਸ ਟਰੱਕ ਬਣਾ ਲਏ। ਟਰੱਕਾਂ ਦੀ ਕਮਾਈ ਤੋਂ ਬਣਿਆ ਸਰਗੁਣ। ਇਹ 4 ਭਰਾ ਸਾਡੇ ਡੈਡੀ ਬਣੇ ਸੀਗੇ ਪਹਿਲਾਂ। ਇਹ ਕੰਮ ਮੁੱਢ ਤੋਂ ਹੀ ਤੁਰਿਆ ਆਇਆ ਸਾਡੇ। ਜਦੋਂ ਇਹਨੇ ਵਿਆਹ ਨਹੀਂ ਕਰਾਇਆ ਨਾ, ਪਹਿਲਾਂ ਸਾਡਾ ਬਾਬਾ ਹੈਗਾ, ਉਹ 2 ਭਰਾ ਸੀ, ਉਹਨਾਂ 'ਚ ਵੀ ਇੱਕ ਛੜਾ ਹੈਗਾ। ਫਿਰ ਸਾਡਾ ਚਾਚਾ ਸੀ, 4 ਭਰਾ ਹੈਗੇ, ਉਹਨਾਂ 'ਚ ਵੀ ਇੱਕ ਛੜਾ ਹੈਗਾ। ਫਿਰ ਅਸੀਂ 4 ਭਰਾ ਗਾੜੀ, ਸਾਡੇ 'ਚ ਵੀ ਇੱਕ ਆ। ਕਿਉਂ ਵਿਆਹ ਕਿਉਂ ਨਹੀਂ ਕਰਵਾਇਆ? ਹੁਣ ਤਾਂ ਸਭ ਕੁਝ ਪ੍ਰਮਾਤਮਾ ਦੀ ਬੜੀ ਕਿਰਪਾ ਸੀਗੀ। नहीं वह कोई कारण नहीं, उदों खैर गरीबी सी। जो गए गुवाहाटी फिर पैसा कमाने का शौक हो गया। पैसा कमाते कमाते फिर चलो ये भतीजे वड्डे हो गए, सेम प्यार हो गया सारे। ਸਮਝਾਇਆ ਕਿ ਚਾਚਾ ਲਾਇਆ ਚਾਚੀ ਅਸੀਂ ਤਾਂ ਬਹੁਤ ਕਹੀਦਾ ਪਰ ਮੰਨਦੇ ਨਹੀਂ, ਕੀ ਕਰੀਏ। ਹੁਣ ਕਿਤੇ ਉਮਰ ਜ਼ਿਆਦੀ ਹੋ ਗਈ, ਚੰਗਾ ਨਹੀਂ ਲੱਗਦਾ, ਬਸ ਇਦਾਂ ਹੀ ਆ। ਪਹਿਲਾਂ ਕਰਾਇਆ ਨਹੀਂ ਇਹਨਾਂ ਨੇ। ਪਿਆਰ ਦਾ ਰੀਜ਼ਨ ਦੱਸੋ, ਕਾਰਨ ਦੱਸੋ। ਕਿਉਂਕਿ ਬਹੁਤੇ ਲੋਕ ਤਾਂ ਕਹਿੰਦੇ ਕਿ ਅਸੀਂ ਤਾਂ ਇਕੱਲੇ ਇਕੱਲੇ ਰਹਿਣਾ। ਇਕੱਲੇ ਇਕੱਲੇ ਰਹਿਣਾ ਪਿਆਰ ਨਾਲ ਚਾਹੀਦਾ ਵਾ। ਤੇ ਉਹਦਾ ਕਈ ਵਾਰ ਸਾਡੇ ਵੀ ਸਿੰਗਾ ਮਾੜੇ ਮੋਟੇ ਅੜ ਜਾਂਦੇ ਆ ਵਿੱਚੋਂ ਹੈ। ਫੇਰ ਜਿਹੜਾ ਇਹਦਾ ਸਾਡੇ ਜਿੱਦਾਂ ਵੀ ਰਿਸ਼ਤੇਦਾਰ ਸਾਰਿਆਂ ਨਾਲ ਪ੍ਰੇਮ ਆ, ਭੈਣਾ ਭਰਾ, ਫਿਰ ਭੈਣਾ ਪੁਣਾ ਫੇਰ ਗਿਆ ਕਿ ਫਿਰ ਜਿੱਦਾਂ ਫੇਰ ਉਹ ਇਦਾਂ ਹੀ ਕੰਮ ਇਕੱਠਾ ਹੀ ਚੱਲੀ ਗਿਆ। ਫਿਰ ਮਾੜਾ ਮੋਟਾ ਜੇ ਕੋਈ ਤਾਂ ਠਾਂ ਹੋਇਆ ਵੀ ਤੇ। ਆ ਤੈਨੂੰ ਹੈਗੀ ਇਹ ਸ਼ੌਂਕ ਟਰੱਕਾਂ ਦਾ ਕਿ ਜਾਂ ਨਹੀਂ? ਜੀ ਹੈ ਹਾਂਜੀ ਹੈਗਾ। ਤੈਨੂੰ ਚਲਾਉਣ ਦਾ ਸ਼ੌਂਕ ਹੈ ਕਿ ਠੀਕ ਕਰਦਾ ਸ਼ੌਂਕ ਹੈ? ਠੀਕ ਹੈ ਕਹਿੰਦਾ। ਨੇ ਲੰਬੜਦਾਰੀ ਸਰਪੰਚੀ ਦੇ ਵਿੱਚ ਇਹ ਕੰਮ ਕੀਤਾ ਕਿ ਆਪਦੀ ਪੈਲੀ ਦੇ ਵਿੱਚ ਹੀ ਛੱਪੜ ਛੱਡਿਆ, ਆਪਦੀ ਪੈਲੀ ਦੇ ਵਿੱਚ ਹੀ ਸਿਵੇ ਬਣਾਇਆ। ਪੰਚਾਇਤੀ ਪੈਲੀ ਦਾ ਕੋਈ ਵੀ ਇੱਥੇ ਰੋਲ ਨਹੀਂਗਾ, ਇਹਨਾਂ ਨੇ ਆਪਦੇ ਕੋਲੋਂ ਛੱਡੀ। ਤਾਂ ਉਹ ਸੰਘਰਸ਼ੀ ਪਰਿਵਾਰ ਮੇਰੇ ਨਾਲ ਹੈ ਜਿਸ ਨੇ ਜ਼ਿੰਦਗੀ ਦੀ ਸ਼ੁਰੂਆਤ ਇੱਕ ਛੋਟੀ ਜੀ ਨੌਕਰੀ ਤੋਂ ਕੀਤੀ, ਪਰ ਅੱਜ ਉਹਨਾਂ ਦੇ 47 ਟਰੱਕ ਨੇ ਅਤੇ ਖੁੱਲੀ ਜ਼ਮੀਨ ਹੈ। 4 ਕੋਠੀਆਂ ਜਿਹੜੀਆਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਚਾਰੇ ਕੋਠੀਆਂ ਦੇ ਉੱਪਰ ਟਰੱਕ ਇਹਨਾਂ ਦੀ ਮਿਹਨਤ ਦੀ ਨਿਸ਼ਾਨੀ ਹੈ। ਤਾਂ ਗੁਰਮੁਖ ਸਿੰਘ ਅਤੇ ਉਹਨਾਂ ਦਾ ਸਾਰਾ ਪਰਿਵਾਰ ਮੇਰੇ ਨਾਲ ਆ, ਭਤੀਜੇ ਨੇ। ਗੱਲਬਾਤ ਕਰਦੇ ਆ ਕਿ ਇਹ ਸੰਘਰਸ਼ ਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ, ਟਰੱਕਾਂ ਤੱਕ ਕਿੱਦਾਂ ਪਹੁੰਚਦੀ ਹੈ। ਤਾਂ ਗੁਰਮੁਖ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ जी, सत श्री अकाल। ਤਾਂ ਸ਼ੁਰੂਆਤ ਉਹੀ ਆਪਾਂ 88-99 ਦੀ ਕਰ ਲਈਏ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਸੰਘਰਸ਼ ਸ਼ੁਰੂ ਕੀਤਾ। 1500 ਰੁਪਏ ਤੋਂ ਤੁਸੀਂ ਦੱਸਦੇ ਹੋ ਕਿ ਕੀਤਾ, ਤਾਂ ਉਦੋਂ ਮਨ 'ਚ ਕੀ ਸੀਗਾ? ਗੁਵਾਹਾਟੀ ਮਨ 'ਚ ਕੀ ਲੈ ਕੇ ਗਏ ਸੀਗੇ? देखो जी साडा एरिया जिहड़ा बहुत गरीब सीगा, ये दरिया सतलुज ते वेई दे विच सेंटर दे विच पैंदा सी। बहुत ज़्यादा गरीबी सी इत्थे। इत्थों फिर वो गरीबी के कारण ही मैं गुवाहाटी गया 89 च, मोटा मोटी 89 लास्ट 90 च। फिर उत्थे जाके 1500 की नौकरी की। मालक हरेक महीने 500 रुपया वधा दिंदा। फिर सजे हजे 2000-2500 करते करते 3500 हो गई जी। उदू बाद फिर मालक ने 1995 मैंने पहली गड्डी लैके दी।
ਫਿਰ 96 ਚ ਲੈ ਕੇ ਦਿੱਤੀ, ਫਿਰ 98 ਚ, ਫਿਰ ਮਿਹਨਤ ਕੀਤੀ ਬਹੁਤ ਰਾਤ ਦਿਨ, ਤੇ ਰੱਬ ਨੇ ਕਾਮਯਾਬੀ ਤੇ ਰੱਬ ਨੇ ਬਖਸ਼ੀ। ਅੱਛਾ, ਮੈਨੂੰ ਲੱਗਦਾ ਕਿ ਤੁਹਾਡਾ ਏਰੀਆ ਜਿਹੜਾ ਦੁਆਬਾ ਤਾਂ ਯੂਕੇ, ਅਮਰੀਕਾ, ਕੈਨੇਡਾ ਉਦੋਂ ਜਾਂਦਾ ਸੀਗਾ, ਤੁਸੀਂ ਗੁਹਾਟੀ ਜਾਣ ਦੇ ਕਿਵੇਂ ਸੋਚ ਲਿਆ? ਦਰਅਸਲ ਉਦੋਂ ਸਾਡੇ ਕੋਲ ਯੂਕੇ ਅਮਰੀਕਾ ਜਾਣ ਦਾ ਪੈਸਾ ਹੀ ਨਹੀਂ ਸੀ। ਅੱਛਾ ਜੀ। ਸਾਡੇ ਕੋਲ 600-700 ਰੁਪਈਆ ਸੀ ਜਿਹੜਾ ਗੁਹਾਟੀ ਜਾਣ ਜੋਗਾ ਕਿਰਾਇਆ ਸੀ, ਉਹ ਲਾ ਕੇ ਚਲੇ ਗਏ। ਤਾਂ ਜੇਬ 'ਚ ਸਿਰਫ ਕਿਰਾਇਆ ਹੀ ਪਾ ਕੇ ਲੈ ਕੇ ਗਏ। ਕਿਰਾਇਆ ਪਾ ਕੇ ਲੈ ਗਏ, ਬਾਕੀ ਬਾਬੇ ਨਾਨਕ ਨੇ ਕੀਤਾ ਜੋ ਕੀਤਾ, ਉੱਪਰ ਵਾਲੇ ਨੇ ਕੀਤਾ ਜੋ ਵੀ ਜੀ। ਤਾਂ ਉਦੋਂ 1500 ਰੁਪਇਆ ਜ਼ਿਆਦਾ ਲੱਗਦਾ ਸੀਗਾ ਕਿ ਠੀਕ ਸੀਗਾ ਉਦੋਂ? ਨਹੀਂ ਠੀਕ ਸੀ, ਉਦੋਂ ਦੇ ਹਿਸਾਬ ਨਾਲ ਠੀਕ ਸੀ, ਕਾਫੀ ਸੀ ਉਦੋਂ ਹਿਸਾਬ ਨਾਲ, ਵਧੀਆ ਸੀ। ਹਾਂਜੀ। ਤਾਂ ਫਿਰ ਟਰੱਕਾਂ ਵੱਲ ਨੂੰ ਕਿੱਦਾਂ ਮੂਵ ਹੋਏ? ਟਰੱਕਾਂ ਇਦਾਂ ਵੀ ਉੱਥੇ ਕਾਫੀ ਮਿਹਨਤ ਕੀਤੀ ਤੇ ਮਾਲਕ ਨੇ ਖੁਸ਼ ਹੋ ਕੇ, ਉਹਦਾ ਟਰੱਕਾਂ ਦਾ ਹੀ ਕੰਮ ਸੀ, ਉੱਥੇ ਮੈਂ ਨੌਕਰੀ ਕਰਦਾ ਸੀ, ਉਹਦੇ ਸਰਵਿਸ ਕਰਦਾ, ਉਹਨੇ ਖੁਸ਼ ਹੋ ਕੇ ਮੈਨੂੰ ਪਹਿਲਾ ਟਰੱਕ ਪਾ ਕੇ ਦਿੱਤਾ ਸੀਗਾ 1995 ਚ। ਫਿਰ ਉਦੋਂ ਟਰੱਕਾਂ ਦੇ ਸ਼ੌਂਕ 'ਚ ਫਿਰ ਟਰੱਕਾਂ ਦਾ ਕੰਮ ਅੱਗੇ ਵੱਧਦਾ ਗਿਆ। ਉਹ ਪਹਿਲਾ ਟਰੱਕ ਫਿਰ ਕਿੱਧਰ ਨੂੰ ਗੇੜੇ ਮਾਰਦਾ ਸੀਗਾ? ਪਹਿਲਾ ਟਰੱਕ ਅਸੀਂ ਜੀ ਕੋਲੇ ਦਾ ਕੰਮ ਹੀ ਕੀਤਾ ਵਾ, ਕੋਲੇ ਤੇ ਚਲਾਇਆ ਪਹਿਲਾਂ। ਹਾਂਜੀ, ਕੋਲੇ ਤੋਂ ਸਹਿਜੇ ਫਿਰ ਆਪਣੀਆਂ ਕੋਲਰੀਆਂ ਵੀ ਕੀਤੀਆਂ, ਬਹੁਤ ਵੱਡਾ ਕੰਮ ਕੀਤਾ। ਹਾਂਜੀ। ਤੇ ਫਿਰ ਉਹ ਕੋਲੇ ਦਾ ਫਿਰ ਨਾਲ ਦੀ ਨਾਲ ਉਦੋਂ ਚੱਲਦਾ ਗਿਆ, ਤਾਂ ਫਿਰ 1 ਤੋਂ 47 ਟਰੱਕ ਕਿੰਨੇ ਕੁ ਚਿਰ 'ਚ ਬਣੇ ਫਿਰ ਇਹ ਜੀ ਆਪਣੇ 2011 ਚ ਲਾਸਟ ਲਈਆਂ ਗੱਡੀਆਂ ਸੀ, ਜਦੋਂ ਮਤਲਬ 5-6 ਗੱਡੀਆਂ ਲੈਂਦੇ ਰਹੇ ਆ ਇਕੱਠੀਆਂ, ਤੇ ਸਿੱਜੇ ਕਰਕੇ 1 2 3 4 5 ਇਦਾਂ ਸਿੱਜੇ ਉਹਨਾਂ ਨੂੰ ਕਰਨ ਨੂੰ ਮਤਲਬ ਮੋਟੀ 10-15 ਸਾਲ ਲੱਗੇ। ਬਹੁਤ ਮਿਹਨਤ ਕੀਤੀ, ਰਾਤ ਦਿਨ ਕੀਤੀ। ਅੱਛਾ, ਫਿਰ ਤੁਸੀਂ ਇਕੱਲੇ ਸੀਗੇ ਕਿ ਜਾਂ ਸਾਰੇ ਭਰਾਵਾਂ ਨੂੰ ਇੱਥੋਂ ਪਰਿਵਾਰ ਨੂੰ ਵੀ ਨਾਲ ਲੈ ਗਏ ਸੀ? ਨਹੀਂ, ਪਹਿਲਾਂ ਤਾਂ ਮੈਂ ਇਕੱਲਾ ਹੀ ਗਿਆ, ਉਸ ਤੋਂ ਬਾਅਦ ਮੇਰੇ ਭਤੀਜੇ ਗਏ, ਫਿਰ ਇਹਨਾਂ ਨੇ ਵੀ ਨਾਲ ਕੰਮ ਕੀਤਾ। ਹਾਂਜੀ। ਅੱਛਾ, ਕੋਈ ਰਾਹ ਦਸੇਰਾ ਹੁੰਦਾ ਕਿ ਗੁਹਾਟੀ ਤੇ ਇਧਰ ਆਪਣੇ ਪੰਜਾਬ ਤੋਂ, ਦੁਆਬੇ ਤੋਂ ਇੱਕ ਛੋਟੇ ਜਿਹੇ ਪਿੰਡ ਤੋਂ ਜਿਹੜਾ ਦਰਿਆ ਦੇ ਕੰਢੇ ਲੱਗਦਾ, ਜਿੱਥੇ ਹਰ ਸਾਲ ਹੜ੍ਹ ਆਉਂਦੇ ਆ, ਗੁਹਾਟੀ ਦਾ ਰਾਹ ਕਿਹਨੇ ਦਿਖਾਇਆ ਸੀਗਾ? ਗੁਹਾਟੀ ਦਾ ਰਾਹ ਸਾਡੇ ਦਿਖਾਉਣਾ ਸਾਡੇ ਰਿਸ਼ਤੇਦਾਰ ਸੀ। ਸਾਡੀ ਵੱਡੀ ਭੈਣ ਵਿਆਹੀ ਤਲਵੰਡੀ ਮਾਧੋ, ਉਹਦਾ ਜੇਠ ਉੱਥੇ ਟਰੱਕਾਂ ਦਾ ਕੰਮ ਕਰਦਾ ਸੀ, ਉਹਨਾਂ ਨੇ ਹੀ ਮੈਨੂੰ ਆਪਦੇ ਕੋਲ ਬੁਲਾਇਆ ਸੀ। ਸਾਡੇ ਗੁਰੂ ਤੋਂ ਉਹੀ ਆ, ਰਾਹ ਦੱਸਣ ਵਾਲੇ ਵੀ ਉਹੀ ਆ, ਬਾਕੀ ਅਕਾਲ ਪੁਰਖ ਆ, ਮਹਿਮਾ ਉਹਦੀ ਆ, ਉਹਨੇ ਦਿਖਾਇਆ ਜੀ। ਅੱਛਾ, ਜ਼ਿਆਦਾ ਫਿਰ ਭਰਾਵਾਂ ਨੇ ਸਾਥ ਦਿੱਤਾ ਕਿ ਗਾਂ ਭਰਾਵਾਂ ਦੇ ਬੇਟਿਆਂ ਨੇ, ਭਤੀਜਿਆਂ ਨੇ ਤੁਹਾਨੂੰ ਫਿਰ ਨਾਲ? ਕਿਉਂਕਿ ਚਾਚੇ ਭਤੀਜੇ ਦੀ ਤਾਂ ਕਹਿੰਦੇ ਕਿ ਯਾਰੀ ਦੋਸਤੀ ਵਾਲੀ ਸਿਸਟਮ ਹੁੰਦਾ ਨਾ। ਨਹੀਂ, ਸਾਰੇ ਪਰਿਵਾਰ ਨੇ ਸਾਥ ਦਿੱਤਾ, ਭਰਾਵਾਂ ਨੇ ਵੀ ਸਾਥ ਬਹੁਤ ਦਿੱਤਾ, ਤੇ ਭਤੀਜਿਆਂ ਨੂੰ ਉਦੋਂ ਵੀ ਜ਼ਿਆਦਾ ਦਿੱਤਾ, ਨਾਲ ਜਾ ਕੇ ਕੰਮ ਕਰਵਾਇਆ। ਹਾਂਜੀ। ਇੱਕ ਆ ਭਤੀਜਾ ਨੰਬਰਦਾਰ ਬਾਈ ਆ ਸਾਡੇ ਨਾਲ ਆ, ਨੌਜਵਾਨ। ਤਾਂ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਉਹੀ ਗੱਲ ਜਿਵੇਂ ਮੈਂ ਕਿਹਾ ਕਿ ਚਾਚੇ ਭਤੀਜੇ ਦੀ ਤਾਂ ਯਾਰੀ ਵਾਲਾ ਹੀ ਸਿਸਟਮ ਹੁੰਦਾ, ਫਿਰ ਯਾਰੀ ਨਿਭਾਈ ਫਿਰ ਤੁਸੀਂ ਪੂਰੀ? ਹਾਂਜੀ ਜੀ, ਪੂਰੀ ਯਾਰੀ ਨਿਭਾਈ ਕੇ। ਹਾਂਜੀ। ਅੱਛਾ, ਤੇ ਫਿਰ ਪਹਿਲੀ ਵਾਰੀ ਜਦੋਂ ਤੁਸੀਂ ਗਏ ਉੱਥੇ ਟਰੱਕਾਂ ਦਾ, ਤੁਹਾਨੂੰ ਸ਼ੌਂਕ ਸੀਗਾ ਕਿ ਜਾਂ ਚਾਚਾ ਹੀ ਖਿੱਚ ਕੇ ਲੈ ਗਿਆ? ਤਾਂ ਉਹਦੀ ਸ਼ੌਂਕ ਤੇ ਸੀਗਾ, ਜਦੋਂ ਸ਼ੁਰੂ ਤੋਂ ਸੁਣਦੇ ਸੀ, ਭਾਜੀ ਹੁਣੀ ਸਾਡੇ ਵੱਡੇ ਹੁਣੀ ਗਏ ਹੋਏ ਸੀਗੇ ਉੱਤੇ ਕਿ ਕੰਮ ਇਦਾਂ ਕਰੀਦਾ ਉਦਾਂ ਕਰੀਦਾ, ਸਾਨੂੰ ਵੀ ਸ਼ੌਂਕ ਸੀ ਦੇਖੀਏ ਤੇ ਕਰੀਏ ਕੰਮ ਜਾ ਕੇ, ਤੇ ਫਿਰ ਗਏ ਅਸੀਂ। ਨੇੜੇ ਤੇੜਾ ਰਾਹ ਨਹੀਂ ਲੱਭਿਆ ਸੀਗਾ ਗੁਹਾਟੀ ਮਿਲਣ ਦਾ ਕਿ ਬੜੀ ਦੂਰ ਹੈ? ਇਦਾਂ ਜੀ, ਜਿੱਥੇ ਅਕਾਲ ਪੁਰਖ ਨੇ ਦਾਣਾ ਪੜੀ ਲਿਖਿਆ ਹੋਵੇ ਉੱਥੇ ਵੀ ਜਾਣਾ ਪੈਂਦਾ। ਬਾਕੀ ਕਹਿੰਦੇ ਵੀ ਲੋੜ ਹਰੇਕ ਚੀਜ਼ ਦੀ ਮਾਂ ਵਾ, ਜ਼ਰੂਰੀ ਸੀ ਉਦੋਂ, ਕੰਮ ਦੀ ਜ਼ਰੂਰੀ ਸੀ, ਕੰਮ ਦੀ ਤਲਾਸ਼ ਉੱਥੇ ਮਿਲੀ ਤੇ ਜਾਣਾ ਪਿਆ। ਅੱਛਾ ਬਈ, ਜਦੋਂ ਤੁਸੀਂ ਪਹਿਲੀ ਵਾਰੀ ਗਏ ਸੀਗੇ ਇੱਥੋਂ, ਤਾਂ ਫਿਰ ਉਦੋਂ ਕੀ ਮਨ ਚ ਸੀਗਾ? ਕਿਉਂਕਿ ਗੱਲਾਂ ਤਾਂ ਘਰੇ ਚੱਲਦੀਆਂ ਹੀ ਹੋਣਗੀਆਂ, ਤਾਂ ਫਿਰ ਉਦੋਂ ਕੀ ਸੀਗਾ ਵੀ ਬਸ ਜਾ ਕੇ ਸਟੀਅਰਿੰਗ ਫੜਨਾ ਜਾਂਦੇ ਆ? ਨਹੀਂ ਭਾਜੀ, ਗੱਡੀ ਤਾਂ ਕਿਸੇ ਨੇ ਵੀ ਨਹੀਂ ਅਸੀਂ ਚਲਾਈ, ਜਿਆਦਾ ਦੇਖਭਾਲ ਦਾ ਜਦੋਂ ਮੈਨੇਜਰ ਕਹ ਲਓ, ਮੈਨੇਜਿੰਗ ਕੀਤਾ, ਸਾਰਾ ਦੇਖਿਆ। ਹਾਂਜੀ। ਜਦੋਂ ਨੂੰ ਮੈਂ ਗਿਆ ਉਦੋਂ ਤੇ ਕੰਮ ਸਾਰਾ ਸੈੱਟ ਹੀ ਸੀ, ਚਲੋ ਨਜ਼ਾਰਿਆਂ 'ਚ ਹੀ ਗਏ ਅਸੀਂ ਤੇ ਜਾ ਕੇ ਕੁਰਸੀ ਤੇ ਬੈਠਣ ਵਾਲਾ ਹੀ ਕੰਮ ਕੀਤਾ ਅਸੀਂ ਤੇ। ਹਾਂਜੀ। ਤੇ ਗੁਹਾਟੀ ਵੀ ਫਿਰ ਉੱਥੇ ਵੀ ਕਾਰੋਬਾਰ ਕਿਸ ਤਰੀਕੇ ਦਾ? ਫਿਰ ਉੱਥੇ ਕੀ ਆਪਣੀ ਜਗ੍ਹਾ ਆ ਕਿ ਜਾਂ ਉੱਥੇ ਵਰਕਸ਼ਾਪਾਂ ਨੇ? ਉੱਥੇ ਭਾਜੀ ਜਿੱਦਾਂ ਆਪਣਾ ਗੈਰੇਜ ਆ, ਸਾਰਾ ਰੈਂਟ ਤੇ ਹੀ ਆ ਸਾਰਾ ਕੁਝ। ਹਾਂਜੀ, ਆਪਣੀ 2 ਕਿੱਲੇ ਦੇ ਵਿੱਚ ਹੋਣੀ ਇੱਕ ਗੈਰੇਜ, ਜਿੱਥੇ ਗੱਡੀਆਂ ਦੀ ਰਿਪੇਅਰ ਕਰੀਦੀ ਸਾਰਾ ਕੁਝ, ਤੇ ਮਾਲ ਉੱਥੋਂ ਮੇਘਾਲਿਆ 'ਚ ਆਉਂਦਾ ਜੀ। ਹਾਂਜੀ, ਤੇ ਅਸਾਮ 'ਚ ਸੇਲ ਕਰੀਦਾ, ਜੋਗੀ ਗੁਫਾ ਸ਼ਹਿਰ ਆ ਜੀ। ਹਾਂਜੀ, ਮੇਘਾਲਿਆ 'ਚ ਜਿੱਦਾਂ ਉੱਥੇ ਕੋਲੇ ਦੀਆਂ ਖਾਨਾਂ ਹੈਗੀਆਂ, ਉਹ ਵੀ ਆਪਣੀਆਂ ਹੀ ਆ, ਤੇ ਉੱਥੋਂ ਮਾਲ ਕੱਢੀਦਾ ਤੇ ਇੱਥੇ ਅਸਾਮ 'ਚ ਡੰਪ ਕਰੀਦਾ ਤੇ ਇੱਥੇ ਆਣ ਕੇ ਵੇਚੀਦਾ। ਹਾਂਜੀ। ਇਹ ਇੱਕ ਕਹਾਣੀ ਆ, ਤਾਂ ਬਾਈ ਹੁਣੀ ਵੀ ਨਾਲ ਨੇ। ਸਾਹਿਬ ਜੀ, ਤੁਸੀਂ, ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਸਰਜੀਤ ਸਿੰਘ ਹੈ ਜੀ, ਮੈਂ ਜਲਾਲਪੁਰ ਖੁਰ ਤੋਂ ਆ। ਇਹ ਮੇਰੇ ਮਾਮੇ ਭੂਆ ਦੇ ਪੁੱਤ ਆ ਜੀ, ਤੇ ਬਹੁਤ ਕਾਮਯਾਬੀ ਕੀਤੀ ਇਹਨਾਂ ਨੇ, ਬਹੁਤ ਤਰੱਕੀਆਂ ਕੀਤੀਆਂ ਕਿ। ਅੱਛਾ, ਇੱਕ ਗੱਲ ਤਾਂ ਇਹ ਮੈਨੂੰ ਬੜੀ ਵਧੀਆ ਲੱਗੀ ਕਿ ਤੁਸੀਂ ਸਾਰੇ ਇੱਕ ਹੋ, ਇਕੱਠੇ ਹੋ, ਕਿਉਂਕਿ ਥੱਲੇ ਘਰ ਦੇ ਸਾਰੇ ਬੈਠੇ ਨੇ, ਤੁਸੀਂ ਵੀ ਇੱਕ, ਜਿਵੇਂ ਨਹੀਂ ਤੇ ਅੱਜ ਕੱਲ ਤੇ ਹੁੰਦਾ ਕਿ ਨਹੀਂ ਭਾਈ ਅਸੀਂ ਤਾਂ 2-2 4-4 ਜਾਣੇ ਹੀ ਰਹਿਣਾ, ਤੁਸੀਂ ਇਹ ਬੜੀ ਵਧੀਆ ਮਿਸਾਲ ਆ ਜੀ ਤੁਹਾਡੀ। ਹਾਂਜੀ, ਸਾਡਾ ਪ੍ਰੇਮ ਹੀ ਇੰਨਾ ਕਿ ਹੱਦ ਤੋਂ ਵੱਧ ਹੀ ਆ, ਸਾਰੇ ਇਕੱਠੇ ਬੈਠੀਏ, ਚੰਗਾ ਲੱਗਦਾ ਜੀ, ਤੇ ਬਹੁਤ ਸੋਹਣਾ ਲੱਗਦਾ। ਥੋੜਾ ਚਿਰ ਪਹਿਲਾਂ ਕਾਰ ਬਾਜ਼ਾਰ ਸੀਗਾ, ਇਹਨਾਂ ਨੇ ਖੋਲਿਆ, ਚਲੋ ਹੁਣ ਲੋਕਡਾਊਨ ਦਾ ਕਰਕੇ ਬੰਦ ਕਰਤਾ, ਉੱਥੇ ਵੀ ਇਦਾਂ ਹੀ ਸਾਰੇ ਇਕੱਠੇ ਰਹਿੰਦੇ ਸੀ। ਤਾਂ ਨੰਬਰਦਾਰ ਸਾਹਿਬ, ਇਹ ਦੱਸੋ ਟਰੱਕਾਂ ਵਾਲੀ ਕਹਾਣੀ ਕਿ ਇਹ
ਜਿਹੜੀ ਕੋਠੀਆਂ ਦੇ ਉੱਪਰ ਟਰੱਕ ਫਿਰ ਉਹੀ ਪੁਰਾਣਾ ਮੋਹ ਕਿ ਜਾਂ ਫਿਰ ਇਹ ਬਾਅਦ ਚ ਸੋਚਿਆ ਕਿ ਆਪਾਂ ਯਾਰ ਜਿਹੜਾ ਕਾਰੋਬਾਰ ਉਹੀ ਆਪਾਂ ਰੱਖੀਏ ਉੱਪਰ? ਨਹੀਂ ਨਹੀਂ, ਇਹ ਤੇ ਚਲੋ ਚਾਚਾ ਜੀ ਉਹਨਾਂ ਦੀ ਸੋਚ ਸੀਗੀ ਟਰੱਕ ਬਣਾਉਣੇ ਆ। ਆਮ ਦੇਖੀ ਤਾਂ ਜਿਹੜਾ ਕੋਈ ਬਾਹਰ ਗਿਆ ਉਹ ਜਹਾਜ਼ ਬਣਾਉਂਦਾ ਸੀਗਾ, ਜਿਨ੍ਹਾਂ ਨੂੰ ਮੋਟਰਸਾਈਕਲ ਦਾ ਸ਼ੌਂਕ, ਬੁਲਟ ਬਣੇ ਹੋਏ ਆ, ਇਦਾਂ ਹੀ ਬਸ ਟਰੱਕ ਬਣਾ ਲਏ ਜੀ। ਟਰੱਕਾਂ ਦੀ ਕਮਾਈ ਤੋਂ ਬਣਿਆ ਸਾਰਾ ਕੁਝ। ਤਾਂ ਮੈਨੂੰ ਲੱਗਦਾ ਮੈਂ ਤਾਂ ਪਹਿਲੀ ਵਾਰੀ ਦੇਖਣ ਦਾ, ਠੀਕ ਆ ਉਹ ਟੈਂਕੀਆਂ ਤਾਂ ਅਸੀਂ ਬੜੀਆਂ ਦੇਖਦੇ ਆ, ਪਰ ਆ ਟਰੱਕ ਵਾਲੇ ਦਾ ਪਹਿਲਾ ਹੀ ਆ ਜਾ ਮੈਂ ਦੇਖਿਆ। ਬਸ ਇਦਾਂ ਹੀ ਜੇ ਟਰੱਕਾਂ ਦੀ ਕਮਾਈ ਤੋਂ ਬਣੇ ਤੇ ਫਿਰ ਟਰੱਕ ਬਣਾ ਲਏ ਛੱਤ ਤੇ। ਹਾਂਜੀ। ਅੱਛਾ, ਇੱਕ ਗੱਲ ਮੈਨੂੰ ਦੱਸ ਰਹੇ ਸੀ ਗੁਰਮੁਖ ਸਿੰਘ, ਕਹਿੰਦੇ ਵੀ ਨਾ ਤਾਂ ਜਦੋਂ ਬਣਾਏ ਇਹਨਾਂ ਦਾ ਨਾ ਨਕਸ਼ਾ ਸੋਚਿਆ ਸੀਗਾ ਤੇ ਨਾ ਹੀ ਅਸੀਂ ਕਦੀ ਗਿਣ ਮਿੱਥ ਕੇ ਬਣਾਇਆ, ਇਹ ਤਾਂ ਜਟਕਾ ਹੀ ਕੰਮ ਚੱਲਿਆ ਕੋਠੀਆਂ ਤੇ ਵੀ। ਹਾਂਜੀ ਹਾਂਜੀ, ਬਿਲਕੁਲ ਕੋਈ ਨਕਸ਼ਾ ਨਹੀਂ ਲਿਆ, ਕਿਸੇ ਦੀ ਸਲਾਹ ਨਹੀਂ ਲਈ, ਬਸ ਇੱਕ ਆਪ ਦੀ ਸੋਚ ਨੇ, ਮਿਸਤਰੀਆਂ ਦੀ ਸੋਚ ਨੇ ਬਣਾਇਆ ਤੇ ਕਰਨ ਵਾਲਾ ਤਾਂ ਅਕਾਲ ਪੁਰਖ ਆ, ਬਸ ਉਹਦੇ ਆਸਰੇ ਨਾਲ ਹੀ ਲੁੱਕ ਦੇਖੋ ਵਧੀਆ ਬਣ ਗਈ ਆ। ਮੈਨੂੰ ਲੱਗਦਾ ਇਹਨਾਂ ਦਾ ਆਰਕੀਟੈਕਟ ਵੀ ਐਡਾ ਵਧੀਆ ਨਾ ਬਣਾ ਕੇ ਦਿੰਦੇ ਤੁਹਾਨੂੰ ਜੇ ਤੁਸੀਂ ਇਹਨਾਂ ਕੋਲ ਬਣਵਾਉਂਦੇ ਤੇ। ਦੇਖੋ ਜੋ ਪ੍ਰਮਾਤਮਾ ਦੀ ਮਿਹਰ ਹੋਵੇ, ਉਹ ਤੋਂ ਵੱਡਾ ਆਰਕੀਟੈਕਟ ਕੋਈ ਵੀ ਨਹੀਂ ਦਾ। ਹਾਂ, ਤੇ ਉਹਦੀ ਕਿਰਪਾ ਨਾਲ ਸਾਰਾ ਕੁਝ ਹੋ ਗਿਆ, ਬਹੁਤ ਵਧੀਆ ਹੋਇਆ। ਤਾਂ ਬਾਈ ਜੀ ਹੁਣਾਂ ਦੇ ਭਰਾ ਨੇ ਗੁਰਮੁਖ ਸਿੰਘ ਹੁਣਾਂ ਦੇ, ਉਹ ਵੀ ਗੱਲਬਾਤ ਕਰਦੇ ਆ। ਤਾਂ ਮੈਨੂੰ ਲੱਗਦਾ ਕਿ ਇਹ ਤੁਹਾਡੀ ਮਿਸਾਲ ਆ ਜੀ, ਏਕਾ ਜਿਹੜਾ ਸਭ ਤੋਂ, ਕਿਉਂਕਿ ਮੁੱਠੀ ਜਿਹੜੀ ਆ ਉਹ ਮਜ਼ਬੂਤ ਹੁੰਦੀ ਆ। ਪਿਆਰ ਦਾ ਰੀਜ਼ਨ ਦੱਸੋ, ਕਾਰਨ ਦੱਸੋ, ਕਿਉਂਕਿ ਬਹੁਤੇ ਲੋਕ ਤਾਂ ਕਹਿੰਦੇ ਕਿ ਅਸੀਂ ਤਾਂ ਇਕੱਲੇ ਇਕੱਲੇ ਹੀ ਰਹਿਣਾ ਜੀ। ਨਹੀਂ, ਕੱਲੇ ਕੱਲੇ ਰਹਿਣਾ ਪਿਆਰ ਨਾਲ ਚਾਹੀਦਾ ਵਾ, ਤੇ ਉਹਦਾ ਕਈ ਵਾਰ ਸਾਡੇ ਵੀ ਸਿੰਗਾ ਮਾੜੇ ਮੋਟੇ ਅੜ ਜਾਂਦੇ ਆ ਵਿੱਚੋਂ ਹੈ। ਫੇਰ ਜਿਹੜਾ ਸਾਡੇ ਜਿੱਦਾਂ ਵੀ ਰਿਸ਼ਤੇਦਾਰ ਸਾਰਿਆਂ ਨਾਲ ਪ੍ਰੇਮ ਆ, ਭੈਣਾ ਭਰਾ, ਫੇ ਭੈਣਾ ਪੁਣਾ ਫੇਰ ਗਿਆ ਕਿ ਫਿਰ ਜਿੱਦਾਂ ਫੇਰ ਉਹ ਇਦਾਂ ਹੀ ਕੰਮ ਇਕੱਠਾ ਹੀ ਚੱਲੀ ਗਿਆ। ਫੇਰ ਮਾੜਾ ਮੋਟਾ ਜੇ ਕੋਈ ਤਾਂ ਠਾਂ ਹੋਇਆ ਵੀ ਤੇ ਤਾਂ ਹੋ ਜਾਂਦੇ ਉਹਦਾ ਹੋ ਤੇ ਫੇਰ ਮਾੜਾ ਮੋਟਾ ਤਾਂ ਸਿਆਣਾ ਹੀ ਆ ਘਰਾਂ ਦੇ ਵਿੱਚ ਖੜਕਦੇ ਹੁੰਦੇ ਆ ਜੀ। ਬਾਕੀ ਪਰ ਨਹੀਂ, ਫੇਰ ਜਦੋਂ ਤੈਨੂੰ ਭੈਣਾਂ ਸਾਡੀਆਂ ਵੱਡੀਆਂ ਵਾ ਸਾਡੇ ਤੋਂ, ਤੇ ਅਸੀਂ ਉਹਨਾਂ ਦਾ ਕਹਿਣਾ ਥੋੜਾ ਮੋੜ ਸਕਦੇ ਆ, ਜੋ ਉਹਨਾਂ ਕਹਿਤਾ ਫੇ। ਤਾਈ ਚਾਚਿਆਂ ਦੇ ਤੇ ਚੱਲਦਾ, ਭਰਾਵਾਂ ਚ ਤਾਂ ਨਹੀਂ ਚੱਲਦਾ? ਨਹੀਂ, ਭਰਾਵਾਂ ਚ ਨਹੀਂ ਹਜੇ ਤੱਕ, ਬੜੀ ਕਿਰਪਾ ਵਾ ਜੀ। ਬਹੁਤ ਪ੍ਰੇਮ ਆ ਸਾਡਾ, ਹੁਣ ਇੱਕ ਚਾਚਾ ਹੀ ਆਦਾ ਤੇ ਉਹਨਾਂ ਨਾਲ ਵੀ ਬਹੁਤ ਪ੍ਰੇਮ ਆ। ਇਹ 4 ਭਰਾ ਸਾਡੇ ਡੈਡੀ ਹੁਣੀ ਸੀਗੇ ਪਹਿਲਾਂ। ਇਹ ਕੰਮ ਮੁੱਢ ਤੋਂ ਹੀ ਤੁਰਿਆ ਸਾਡੇ, ਜਦੋਂ ਇਹਨੇ ਵਿਆਹ ਨਹੀਂ ਕਰਾਇਆ ਨਾ, ਪਹਿਲਾਂ ਸਾਡਾ ਬਾਬਾ ਹੈਗਾ, ਉਹ 2 ਭਰਾ ਸੀ, ਉਹਨਾਂ 'ਚ ਵੀ ਇੱਕ ਛੜਾ ਹੈਗਾ। ਫੇ ਸਾਡਾ ਚਾਚਾ ਸੀ, 4 ਭਰਾ ਹੈਗੇ, ਉਹਨਾਂ 'ਚ ਵੀ ਇੱਕ ਛੜਾ ਹੈਗਾ। ਫੇ ਅਸੀਂ 4 ਭਰਾ ਗਾੜੀ ਸਾਡੇ 'ਚ ਵੀ ਇੱਕ ਆ। ਛੜੇ ਵਾਲੀ ਕੀ ਗੱਲ ਹੈ? ਛੜੇ ਵਾਲੀ ਕੀ ਰੀਤ ਆ ਇਹ? ਉਹ ਰੀਤ ਵੀ ਵਿਆਹਿਆ ਨਹੀਂ ਉਹ। ਨਹੀਂ, ਮਤਲਬ ਛੜਾ ਕਿਉਂ ਰਹਿ ਰਿਹਾ ਕਿ ਤੇ ਤਾਂ ਪੀੜ੍ਹੀਆਂ ਵਾਲਾ ਹੀ ਕੰਮ ਚੱਲੀ ਜਾਂਦਾ। ਵੇਲਾ ਤੀਜੀ ਪੀੜ੍ਹੀ ਤੇ ਹੋ ਗਈ ਨਾ ਦੀ ਹੈ। ਗੁਰਮੁਖ ਸਿੰਘ ਜੀ ਕਿਉਂ ਵਿਆਹ ਕਿਉਂ ਨਹੀਂ ਕਰਵਾਇਆ? ਹੁਣ ਤਾਂ ਸਭ ਕੁਝ ਪ੍ਰਮਾਤਮਾ ਦੀ ਬੜੀ ਕਿਰਪਾ ਸੀਗੀ। ਨਹੀਂ, ਉਹਦਾ ਕੋਈ ਕਾਰਨ ਨਹੀਂ, ਉਦੋਂ ਖੈਰ ਗਰੀਬੀ ਸੀ, ਜਦੋਂ ਗਏ ਗੁਹਾਟੀ ਫਿਰ ਪੈਸਾ ਕਮਾਉਣ ਦਾ ਸ਼ੌਂਕ ਹੋ ਗਿਆ। ਪੈਸਾ ਕਮਾਉਂਦੇ ਕਮਾਉਂਦੇ ਫਿਰ ਚਲੋ ਇਹ ਭਤੀਜੇ ਵੱਡੇ ਹੋ ਗਏ, ਸੇਮ ਪਿਆਰ ਹੋ ਗਿਆ ਸਾਰੇ, ਇਸ ਕਰਕੇ ਚਲੋ ਸਾਰਾ ਪਰਿਵਾਰ ਤੇ। ਤੁਸੀਂ ਨਹੀਂ ਸਮਝਾਇਆ ਕਿ ਚਾਚਾ ਲੈ ਆ ਚਾਚੀ? ਅਸੀਂ ਤਾਂ ਬਹੁਤ ਕਹੀਦਾ ਪਰ ਮੰਨਦੇ ਨਹੀਂ, ਕੀ ਕਰੀਏ। ਹੁਣ ਕਿਤੇ ਉਮਰ ਜ਼ਿਆਦੀ ਹੋ ਗਈ, ਚੰਗਾ ਨਹੀਂ ਲੱਗਦਾ, ਬਸ ਇਦਾਂ ਹੀ ਆ। ਪਹਿਲਾਂ ਕਰਾਇਆ ਨਹੀਂ ਇਹਨਾਂ ਨੇ। ਹਾਂਜੀ। ਪਹਿਲਾਂ ਕੀ ਕਹਿੰਦੇ ਸੀਗੇ? ਇਹਦਾ ਕਿਹਾ ਨਹੀਂ ਆਖੇ ਵੀ ਕੋਈ ਨਹੀਂ ਤੈਨੂੰ ਲੈ ਕੇ ਦਿੰਨੇ ਚਾਚੀ? ਨਹੀਂ ਨਹੀਂ, ਏਦਾਂ ਤੇ ਕਦੇ ਨਹੀਂ ਗਿਆ, ਬਸ ਇਦਾਂ ਹੀ, ਬਸ ਕੋਈ ਨਹੀਂ ਕਰਾ ਲਾਂਗੇ, ਕੋਈ ਨਹੀਂ ਕਰਾ ਲਾਂਗੇ, ਬਸ ਇੱਥੇ ਹੀ ਰਿਹਾ ਕੰਮ। ਸੰਤ ਸੁਭਾਅ ਲੱਗਦੇ ਨੇ ਫਿਰ। ਹਾਂਜੀ, ਬਿਲਕੁਲ ਬਿਲਕੁਲ। ਸੰਤੀ ਨੇ। ਹਾਂਜੀ ਹਾਂਜੀ ਹਾਂਜੀ, ਸੰਤ। ਗੱਲ ਆ ਵੀ ਸਾਨੂੰ ਇਹਨੇ ਨਾ, ਜਦੋਂ ਅਸੀਂ 3-4 ਭੈਣ ਚ ਤਾਂ 4 ਭਰਾ ਭੈਣਾਂ ਵਾ, ਤੇ ਸਾਰਿਆਂ ਨੂੰ ਇਹਨੇ ਮਦਦ, ਇਹਨੇ ਸਾਰਿਆਂ ਨੂੰ ਕੋਠੀਆਂ ਘਰ ਬਣਾ ਕੇ ਦਿੱਤੇ ਹੈ। ਸਾਰੇ ਅਸਲ ਖੁਸ਼ ਇਹਨੇ ਕੀਤੇ ਆ, ਸਹੀ ਪੁੱਛੇ ਤੇ। ਤੇ ਪਹਿਲਾਂ ਦੇ ਕੰਮ ਇਦਾਂ ਹੀ ਸਾਰਿਆਂ ਦਾ, ਵੀ ਕਿਸੇ ਦੀ 2 ਕਿੱਲੇ ਪੈਲੀ ਲਾ, ਸਾਡੀਆਂ ਭੈਣਾਂ ਦੀ 3 ਕਿੱਲੇ ਪੈਲੀ, ਆਪਦਾ ਗੁਜ਼ਾਰਾ ਹੁੰਦਾ ਹੈ, ਮਹਾ ਰੋਟੀ ਖਰਚਾ ਹੀ। ਤੇ ਹੁਣ ਮਕਾਨ ਮਕੂਨ ਮਹਿਲ ਬਣੇ ਆ ਸਾਰਿਆਂ ਦੇ, ਤੇ ਜਿੰਦਾ ਰਵੇ ਸੁਰਗ ਭੋਗੇ ਅਸੀਂ ਕਿੰਨੇ। ਤੁਸੀਂ ਨਹੀਂ ਜ਼ੋਰ ਲਾਇਆ ਕਿ ਭਰਾਵਾ ਲੈ ਕੇ ਕਰ ਲਾ ਤੂੰ? ਨਹੀਂ, ਮੈਂ ਤੇ ਨਹੀਂ ਵੀ ਕਿਹਾ, ਮੈਂ ਤੈਨੂੰ ਕਹਿ ਦਵਾਂ, ਦੂਜੇ ਕਹਿੰਦੇ ਰਹੇ, ਮੈਂ ਛੋਟਾ ਹੀ ਸਾਰਿਆਂ ਨੂੰ ਹੈ, ਤੇ ਮੈਂ ਨਹੀਂ ਕਿਹਾ। ਮੈਂ ਤੈਨੂੰ ਹੁਣ ਕਹਾਂ ਮੈਂ ਖਿੱਚਦਾ ਰਿਹਾ ਵਿਆਹ ਨੂੰ, ਤੇ ਦੂਜੇ ਕਹਿੰਦੇ ਰਹੇ ਆ ਵੀ ਵਿਆਹ ਕਰਾ ਲਾ। ਭੈਣਾ ਭਰਾ ਪਿਓ ਸਾਡਾ ਬਹੁਤ ਗੁੱਸੇ ਹੈਗਾ ਹੈ। ਹਾਂ, ਮੈਂ ਫੋਟੋ ਦੇਖ ਰਿਹਾ ਸੀ ਉਹਨਾਂ ਦਾ 2013 ਚ ਹੀ ਦੇਹਾਂਤ ਹੋਇਆ। ਉਹ ਤੋਂ ਪਹਿਲਾਂ ਤਾਂ ਫਿਰ ਚੰਗਾ ਇਹਨਾਂ ਇਲਾਕਿਆਂ ਏਰੀਏ ਦੇ ਵਿੱਚ ਟੌਰ ਸੀਗਾ ਹਰਿਆਂ 'ਚ, ਹਾਰੇ ਲੋਕ ਉਹਦੇ ਆਖੇ ਲੱਗਦੇ ਸੀ। ਇੱਥੇ ਤਕਾਲਾ ਨੂੰ 150 ਬੰਦਾ ਬੈਠਾ ਹੁੰਦਾ ਹੈਗਾ, ਸਵੇਰ ਨੂੰ ਚਾਹ ਪੀਣ ਵਾਲੇ 20-30-50 ਹੁੰਦੇ ਸੀਗੇ। ਮੈਨੂੰ ਦੱਸ ਰਹੇ ਸੀਗੇ ਤੁਸੀਂ, ਕਹਿੰਦੇ ਸਾਨੂੰ ਟਰੱਕਾਂ ਵਾਲੇ ਵੀ ਕਹਿੰਦੇ ਆ, ਸਰਪੰਚ ਸਾਹਿਬ ਵੀ ਕਹਿੰਦੇ ਆ, ਸਾਨੂੰ ਪਿੰਡ ਚ ਨੰਬਰਦਾਰ ਵੀ ਕਹਿੰਦੇ। ਮਸ਼ਹੂਰ ਆ ਉਹਨਾਂ ਦਾ ਨਾਮ, ਵੀ ਹੈ ਲੰਬੜਦਾਰ ਹੈ ਨਾ। ਤੇ ਲਓ ਇੱਥੇ ਭਾਵੇਂ ਤੁਸੀਂ ਸੁਲਤਾਨ ਨਕੋਦਰੋਂ ਪੁੱਛ ਲਓ ਵੀ ਲੰਬੜਦਾਰ ਤੇ ਜਾਣਾ, ਤੁਹਾਨੂੰ ਦੱਸਣਗੇ ਫਲਾਣਾ ਡੇਰਾ ਉਹਦਾ। ਵੈਸੇ ਤਾਂ ਜਿੱਦਾਂ ਦੀਆਂ ਕੋਠੀਆਂ ਪਾਈਆਂ, ਇਹ ਤਾਂ 5 ਮੀਲ ਤੋਂ ਦੀਦੀਆਂ ਨੇ ਪਰ। ਇਹ ਤਾਂ ਫਿਰ ਮੁੜ ਕੇ ਹੁਣ ਟਰੱਕਾਂ ਵਾਲੀ ਮਸ਼ਹੂਰੀ ਹੋ ਗਈ, ਜਿੱਦਾਂ ਉਹ ਹੁਣ 50 ਹੋ ਗਿਆ ਨਾ ਥੋੜਾ ਜਿਹਾ। ਹੁਣ ਟਰੱਕਾਂ ਵਾਲੇ ਚੱਲਣਾ ਪਿਆ, ਕਿਤੇ ਜਾਓ ਟਰੱਕਾਂ ਵਾਲੇ ਨੇ ਜਾਣਾ, ਦੱਸਣਗੇ ਫਲਾਣੇ ਥਾਂ ਤੋਂ ਐ ਮੋੜ ਜਿਓ ਐ ਚੱਲ ਜਿਓ, ਤੇ ਟਰੱਕਾਂ ਵਾਲਾ ਗਾੜੀ ਘਰ ਆ ਜਾਊਗਾ ਹੈ। ਤੇ ਗੱਲ ਆ ਵੀ ਅਸੀਂ ਵੀ ਗੰਨਾ ਗੁੰਨਾ ਢੋਂਦੇ ਰਹੇ, ਵਾਈ ਕਰਦੇ ਰਹੇ, ਬਥੇਰਾ ਕੰਮ ਕਰਦੇ ਰਹੇ ਆ। ਤੇ ਮੇਰੇ ਵੱਡੇ ਭਰਾ ਵੀ ਪਹਿਲਾਂ ਬਾਹਰ ਇੰਗਲੈਂਡ ਗਲੂੰਡ ਵੀ ਗਏ ਰਹੇ ਆ, ਪਹਿਲਾਂ ਲਬਨਾਨ ਚ ਗਏ ਰਹੇ ਆ। ਤੇ ਸਾਰਿਆਂ ਨੇ ਕਮਾਈ ਆਪਦੀ ਰਾਤ ਦਾ ਹਿਸਾਬ ਨਾਲ ਹੀ, ਜਾਣੀ ਜੇ ਕਮਾਈ ਨਾ ਘੱਟ ਕੀਤੀ ਹੋਊ ਨਾ, ਤੇ ਫਲੂਸ ਖਰਚਾ ਵੀ ਜਾੜਾ ਮੰਡੀਰ ਬਣਾ ਨਹੀਂ ਫਿਰੇ। ਸਭ ਤੋਂ ਵੱਡਾ ਇਹ ਵੀ ਰਾਜ ਹੈਗਾ ਵੀ ਸਾਡਾ ਕੋਈ ਵੀ ਜੀ ਮੰਡੀਰ ਨਾ ਨਹੀਂ ਫਿਰਿਆ। ਕੰਮ ਹੀ ਆਪਦਾ, ਚਾਹੇ ਥੋੜਾ ਕੀਤਾ ਚਾਹੇ ਜ਼ਿਆਦਾ ਕੀਤਾ, ਜਿੰਨਾ ਕੀਤਾ ਬਸ। ਮੈਂ ਸਭ ਤੋਂ ਥੋੜਾ ਕੀਤਾ। ਤੁਸੀਂ ਛੋਟੇ ਸੀ ਨਾ, ਫਿਰ ਤਾਂ ਕਰਕੇ ਛੋਟਿਆਂ ਨੂੰ ਇਹ ਚੀਜ਼ ਦਾ ਫਾਇਦਾ ਹੁੰਦਾ। ਅੱਛਾ ਬਾਈ ਹੁਣੀ ਦੱਸ ਰਹੇ ਕਿ ਸਾਡਾ ਤਾਂ ਪਰਿਵਾਰ ਵੀ ਬਾਹਰ ਆ ਸਾਰਾ, ਤਾਂ ਤੁਹਾਡੇ ਮੁੰਡਿਆਂ ਚ ਨਹੀਂ ਕਦੀ ਆਇਆ ਕਿ ਯਾਰ ਬਾਹਰ ਹੀ ਚੱਲੀਏ ਆਪਾਂ?
ਜਿੱਦਾਂ ਜੀ ਪਹਿਲਾਂ ਬਾਹਰ ਹੀ ਰਹੇ ਹਾਂ, ਗੁਹਾਟੀ ਵੀ ਸਾਨੂੰ ਉਦਾਂ ਦਾ ਹੀ ਬਾਹਰ ਵਾਂਗੂ ਹੀ ਸੀਗਾ ਜੀ। ਤੇ ਫਿਰ ਉਦਾਂ ਉਹੀ ਸੀਗਾ। ਹੁਣ ਉਦਾਂ ਦੇਖਦੇ ਹਾਂ ਜੀ, ਹੁਣ ਫਿਰ ਸੋਚਾਂਗੇ ਬਾਹਰ ਦਾ। ਇੱਕ ਸਾਡਾ ਛੋਟਾ ਭਰਾ ਗਿਆ ਹੋਇਆ, ਚਾਚਾ ਜੀ ਦਾ ਛੋਟਾ ਬੇਟਾ, ਉਹ ਅਮਰੀਕਾ ਵਾ ਜੀ। ਤੇ ਬਾਕੀ ਹੁਣ ਦੇਖਦੇ ਹਾਂ, ਹੁਣ ਕਰਾਂਗੇ ਸੈੱਟ ਹੌਲੀ ਹੌਲੀ, ਬਾਹਰ ਨੂੰ ਦੇਖਦੇ ਹਾਂ, ਫਿਰ ਉਧਰ ਟਰਾਂਸਪੋਰਟ ਖੋਲਾਂਗੇ। ਬਾਹਰ ਜਾ ਕੇ ਟਰਾਂਸਪੋਰਟ ਹੀ ਕਰਨੀ। ਹੁਣ ਜੀ ਟਰੱਕਾਂ ਦਾ ਸ਼ੁਰੂ ਤੋਂ ਸ਼ੌਂਕ ਆ ਜੀ, ਬਚਪਨ ਜੀ ਇਹਨਾਂ 'ਚ ਲੰਘ ਗਿਆ ਵਾ ਜੀ। ਅੱਛਾ, ਉਹ ਹਰ ਇੱਕ ਦਾ ਨਾਮ ਹੁੰਦਾ। ਵੈਸੇ ਤਾਂ ਮੈਂ ਨਾਮ ਲੱਭਦਾ ਰਿਹਾ ਵੀ ਟਰਾਂਸਪੋਰਟ ਦਾ ਤੁਹਾਡੀ ਦਾ ਨਾਂ ਕੀ, ਨਾਮ ਕੀ ਰੱਖਿਆ ਫਿਰ? ਨਾਮ ਜੀ ਉਦਾਂ ਤੇ ਹੁਣ ਉੱਥੇ ਪਹਿਲਾਂ ਜਿੱਦਾਂ ਚਾਚਾ ਜੀ ਜਦੋਂ ਗਏ ਸੀ, ਸਿਲੰਡਰ ਕੰਪਨੀ ਕਹਿੰਦੇ ਸੀਗੇ, ਤੇ ਉਹ ਫਿਰ ਉਹੀ ਵੱਜਦਾ ਰਿਹਾ। ਜਾਂ ਚਾਚਾ ਜੀ ਨੂੰ ਸੁੱਖਾ ਬਾਬੂ ਕਹਿੰਦੇ, ਸੁੱਖਾ ਬਾਬੂ ਕੰਪਨੀ ਬਸ ਕਹੀ ਗਏ, ਹੋਰ ਕੋਈ ਨਾਂ ਉੱਥੇ ਨਹੀਂ ਕੋਈ ਰੱਖਿਆ ਸੀਗਾ। ਹੁਣ ਰੱਖਾਂਗੇ ਜੀ ਢਿੱਲੋਂ। ਹੁਣ ਇਦਾਂ ਆਪਣਾ ਇੱਥੇ ਲੋਹੀਆਂ ਕਾਰ ਬਾਜ਼ਾਰ ਵੀ ਸੀਗਾ, ਢਿੱਲੋਂ ਕਾਰ ਬਾਜ਼ਾਰ, ਲਗਜ਼ਰੀ ਡੋਲੀ ਕਾਰ। ਤੇ ਉਹ ਫਿਰ ਹੁਣ ਜਦੋਂ ਖੋਲਾਂ ਬਾਹਰ ਜਾ ਕੇ ਕਰਾਂਗੇ ਤਾਂ ਉੱਥੇ ਰੱਖਾਂਗੇ, ਫਿਰ ਢਿੱਲੋਂ ਤੋਂ ਸ਼ੁਰੂ ਕਰਾਂਗੇ। ਜੀ, ਛੋਟਾ ਸਰਦਾਰ ਵੀ ਹੈ ਭਾ, ਤੈਨੂੰ ਹੈਗੀ ਇਹ ਸ਼ੌਂਕ ਟਰੱਕਾਂ ਦਾ ਕਿ ਜਾਂ ਨਹੀਂ? ਜੀ ਹਾਂਜੀ ਹੈਗਾ। ਹਾਂਜੀ ਤੈਨੂੰ ਚਲਾਉਣ ਦਾ ਸ਼ੌਂਕ ਹੈ ਕਿ ਠੀਕ ਕਰਨ ਦਾ ਸ਼ੌਂਕ ਹੈ? ਠੀਕ ਹੈ ਕਹਿੰਦਾ ਠੀਕ, ਚਲਾਉਣ ਵਾਲਾ ਕੋਈ ਵੀ ਨਹੀਂ ਤੁਹਾਡੇ ਚੋਂ? ਨਹੀਂ ਭਾਜੀ, ਗੱਡੀ ਨਹੀਂ ਕਦੇ ਵੀ ਚਲਾਈ ਨਹੀਂ। ਚਲਾ ਤਾਂ ਲਈਦਾ ਵੈਸੇ, ਜੋ ਲੋੜ ਤੇ ਕੋਈ ਡਰਾਈਵਰੀ ਨਹੀਂ ਕੀਤੀ। ਜਿੱਦਾਂ ਕਹ ਲਓ, ਜਦੋਂ ਆਪਦੇ ਕੋਲ ਆਪਦੀ ਚੀਜ਼ ਹੋਵੇ ਬੰਦਾ ਚਲਾ ਹੀ ਲੈਂਦਾ। ਹਾਂ ਵੈਸੇ ਚਲਾ ਲਈਦਾ ਆ, ਐਡੀ ਗੱਲ ਨਹੀਂ, ਪਰ ਡਰਾਈਵਿੰਗ ਨਹੀਂ ਕੀਤੀ ਕਿਸੇ ਨੇ ਵੀ। ਡਰਾਈਵਰੀ ਕਰਨ ਵਾਲਾ ਵੀ ਬੰਦਾ ਹੈਗਾ ਜੀ ਸਾਡੇ ਕੋਲ, ਉਹ ਦੇਖੋ ਉਧਰ ਛੋਟਾ ਜਿਹਾ ਬੰਦਾ ਵਾ। ਉਹਨਾਂ ਨਾਲ ਵੀ ਕਰਦੇ ਗੱਲ। ਅੱਛਾ ਬਈ, ਤੁਸੀਂ ਦੱਸ ਰਹੇ ਸੀਗੇ ਵੀ ਜਿੱਦਾਂ ਡਰਾਈਵਰੀ ਨਹੀਂ ਕੀਤੀ, ਕਿਉਂਕਿ ਸ਼ੌਂਕ ਤਾਂ ਪੰਜਾਬੀਆਂ ਨੂੰ ਜਾਂ ਦੋ ਹੀ ਆ, ਜਾਂ ਤਾਂ ਬਾਹਰ ਜਾਣਾ ਤੇ ਜਾਂ ਟਰੱਕ ਚਲਾਉਣਾ। ਬਾਹਰ ਜਾ ਕੇ ਵੀ ਟਰੱਕ ਹੀ ਚਲਾਉਂਦੇ ਆ, ਤੇ ਤੁਸੀਂ ਟਰੱਕ ਕਿਉਂ ਨਹੀਂ ਚਲਾਇਆ? ਨਹੀਂ ਇਦਾਂ ਨਾ ਭਾਈ, ਜਿੱਦਾਂ ਪਹਿਲੋਂ ਵੀ ਕੰਮ ਸੈੱਟ ਹੀ ਸੀ। ਜਦੋਂ ਅਸੀਂ ਗਏ ਉਦੋਂ ਲਗਭਗ ਪੂਰਾ ਕੰਮ ਸੈੱਟ ਹੀ ਸੀ ਆਪਣਾ। ਤੇ ਫਿਰ ਇੱਕ ਦੇ ਨਾ ਹੀ ਲੋੜ ਪਈ, ਤੇ ਜਿੰਨੀ ਜ਼ਰੂਰਤ ਸੀ ਜਿੱਦਾਂ ਦੇਖਭਾਲ ਦੀ, ਉਹ ਆਪਾਂ ਕਰੀ ਗਏ। ਇਹਦਾ ਤੁਸੀਂ ਚਾਚੇ ਦੇ ਰੋਜ਼ ਗੋਡੇ ਘੁੱਟਿਆ ਕਰੋ ਵੀ ਜਿਹਨੇ ਸੈਟਿੰਗ ਕਰਤੀ ਸਾਰੀ। ਤੇ ਗਏ ਸੈੱਟ ਕੰਮ ਤੋਂ, ਇਹਦੇ ਉੱਥੇ ਵਿਹਲੇ ਬੈਗ ਰੋਟੀਆਂ ਰਾਟੀਆਂ ਖਾ ਕੇ ਆਏ 5-10 ਸਾਲ ਹੈ। ਚਾਹੇ ਮਾੜੀ ਮੋਟੀ ਨਿਗਾਹ ਰੱਖ ਛੱਡੀ। ਹੁਣ ਜੇ ਕਹੇ ਵੀ ਵੱਡਾ ਖਾਲੂ ਕੰਮ ਕੀਤਾ, ਉਹ ਨਹੀਂ ਕਿਸੇ ਨੇ ਵੀ ਕੀਤਾ, ਉਹਨੇ ਹੀ ਕੀਤਾ ਸਾਰਾ। ਅੱਛਾ, ਤੁਸੀਂ ਵੀ ਨਹੀਂ ਕੀਤਾ? ਤੁਸੀਂ ਤਾਂ ਚਲੋ ਹਾਂ। ਨਹੀਂ ਮੈਂ ਵੀ ਨਹੀਂ ਕੀਤਾ, ਮੈਂ ਗਿਆ ਹੀ ਨਹੀਂ। ਮੈਂ ਉਦਾਂ ਗਿਆ 1-2 ਵਾਰਾਂ, ਤੇ ਉੱਥੇ ਰਹਿ ਰੂ ਕੇ 10 ਦਿਨ 5 ਦਿਨ ਮਹੀਨਾ ਲਾ ਆ ਜਾਣਾ। ਭਰਾ ਦੇ ਸਿਰ ਤੇ ਮੌਜਾਂ ਹੀ ਲੁੱਟੀਆਂ ਫਿਰ। ਮੌਜਾਂ ਮੌਜਾਂ ਮੌਜਾਂ, ਬੜਾ ਸਵਰਗ ਮਹਾਰਾਜ ਨੇ ਦਿੱਤਾ ਐਵੇਂ ਕਹੀਏ ਹੈ। ਬਈ ਇਹ ਤਾਂ ਠੀਕ ਕਰਨ ਵਾਲੇ ਆ ਸਾਰੀ ਕੰਪਨੀਆਂ, ਤੁਸੀਂ ਚਲਾਉਣ ਵਾਲੇ ਹੋ। ਫਰਕ ਦੱਸੋ ਦੋਵਾਂ 'ਚ ਕਿੰਨਾ ਕੁ? ਫਰਕ ਠੀਕ ਹੀ ਆ ਜੀ, ਬਸ ਮਿਹਨਤ ਕਰੀਦੀ ਆਪਦੀ, ਬਹੁਤ ਵਧੀਆ ਭਾਜੀ ਦੇ ਗੁਣ ਗਾਈਦੇ ਆ। ਹਾਂਜੀ, ਇਹ ਲਿਜਾਣ ਵਾਲਾ ਇੱਥੋਂ ਤੱਕ। ਹਾਂਜੀ, ਜੋ ਕੀਤਾ ਭਾਜੀ। ਫਿਰ ਗੁਰਮੁਖ ਸਿੰਘ ਜੀ, ਹੁਣ ਤਾਂ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਬੰਦ ਪਿਆ ਕੰਮ, ਫਿਰ ਹੁਣ ਕਿੱਦਾਂ? ਫਿਰ ਗੱਡੀਆਂ ਸਾਰੀਆਂ ਉੱਥੇ ਨੇ ਫਿਰ? ਹਾਂ, ਗੱਡੀਆਂ ਸਾਰੀਆਂ ਉੱਥੇ ਖੜੀਆਂ ਜੀ। ਕੋਸ਼ਿਸ਼ ਆ ਵੀ ਜੇ ਕਿਤੇ ਖੁੱਲ ਜੇ ਤਾਂ ਫਿਰ ਦੁਬਾਰਾ ਚਲਾਈਏ। ਇਹ ਤਾਂ ਉੱਪਰ ਵਾਲੇ ਦੇ ਹੱਥ ਆ, ਜੇ ਹੁਣ ਖੁੱਲ ਜੂਗਾ ਤਾਂ ਫਿਰ ਚਲਾਵਾਂਗੇ। ਤੇ ਪੈੜੀ ਪੂੜੀ ਦਾ ਵੀ ਫਿਰ ਤੁਸੀਂ ਖੇਤੀਬਾੜੀ ਦਾ ਨਾਲ ਦੇਖਦੇ ਹੋ, ਫਿਰ ਕਿੰਨੀ ਕੁ ਹੈ ਇੱਥੇ? ਆ ਖੇਤੀਬਾੜੀ ਸਾਡੇ ਕੋਲ 100 ਕਿੱਲੇ ਤੋਂ ਉੱਪਰ ਜ਼ਮੀਨ ਆ, ਚੌਂ ਭਰਾਵਾਂ ਕੋਲ। ਤੇ ਫਿਲਹਾਲ ਤਾਂ ਠੇਕੇ ਤੇ ਆ, ਪਹਿਲਾਂ ਖੇਤੀ ਵੀ ਕੀਤੀ ਆ। ਅੱਛਾ, ਪਹਿਲਾਂ ਖੇਤੀ ਕੀਤੀ ਹੈ। ਹਾਂਜੀ ਹਾਂਜੀ, ਤਾਂ ਹੁਣ ਠੇਕੇ ਤੇ ਹੀ ਹੈ। ਹੁਣ ਠੇਕੇ ਤੇ ਆ ਸਾਰਿਆਂ ਦੇ। ਹੁਣ ਇਹ ਆਣਾ ਹੋ ਗਿਆ ਵੀ ਤੁਸੀਂ ਮਿਹਨਤ ਕਰਕੇ ਇਹ ਚਿਰਾਗ ਜਗਾ ਲਿਆ, ਹੁਣ ਇਹਦਾ ਆਨੰਦ ਮਾਣ ਰਹੇ ਹੋ ਤੁਸੀਂ। ਜੀ ਜੀ ਜੀ, ਨਹੀਂ ਦੇਖੋ ਮਿਹਨਤ ਵੀ ਕੀਤੀ ਆ, ਬਾਕੀ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਜਿਹੜਾ ਇੱਥੋਂ ਤੱਕ ਪਹੁੰਚਾਉਣ ਵਾਲਾ। ਉਹ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਜੀ। ਵੱਡੀ ਗੱਲ ਹੈ, ਕਿਉਂਕਿ ਇੱਕ ਖਾਸ ਗੱਲ ਇਹ ਹੈ ਕਿ ਕਾਮਯਾਬੀ ਦਾ ਸਭ ਤੋਂ ਵੱਡਾ ਇੱਕ ਕਾਰਨ ਇਹ ਹੈ ਕਿ ਇਹਨਾਂ 'ਚ ਏਕਾ ਬਹੁਤ ਹੈ। ਕਿਉਂਕਿ ਅੱਜ ਕੱਲ ਪਰਿਵਾਰ ਛੋਟੇ ਹੋ ਗਏ, ਮਿਹਨਤਾਂ ਛੋਟੀਆਂ ਹੋ ਗਈਆਂ, ਸੰਘਰਸ਼ ਛੋਟੇ ਹੋ ਗਏ। ਅੱਜ ਕੱਲ ਸੰਘਰਸ਼ ਵੀ ਕਾਹਦੇ ਰਹਿ ਗਏ? ਸੰਘਰਸ਼ ਮਾੜਾ ਮੋਟਾ ਜੇ ਜ਼ਿੰਦਗੀ 'ਚ ਉੱਤੇ ਥੱਲੇ ਹੋ ਜੇ ਤਾਂ ਲੋਕੀ ਜਾਣ ਦੇਣ ਤੱਕ ਜਾਂਦੇ ਆ। ਤਾਂ ਬਾਈ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਬਲਵੀਰ ਸਿੰਘ ਨਾਮ ਜੀ। ਤਾਂ ਬਲਵੀਰ ਜੀ, ਤੁਸੀਂ ਵੀ ਫਿਰ ਇਹਨਾਂ 'ਚੋਂ ਹੀ ਪਰਿਵਾਰ 'ਚੋਂ ਕਿ ਜਾਂ ਰਿਸ਼ਤੇਦਾਰੀ ਕੀ ਹੈ ਤੁਹਾਡੀ? ਹਾਂਜੀ, ਮੇਰੇ ਮਾਮੇ ਸਹੁਰੇ ਆ ਜੀ। ਅੱਛਾ, ਮਾਮੇ ਸਹੁਰੇ। ਹਾਂਜੀ ਅੱਛਾ, ਸਹੁਰਿਆਂ ਤੱਕ ਵੀ ਕੰਮ ਹੈ। ਗਾਂ ਚੱਲ ਰਿਹਾ। ਹਾਂਜੀ ਹਾਂਜੀ, ਨਾਲ ਦੇ। ਹਾਂਜੀ, ਫਿਰ ਪਿੰਡ 'ਚ ਤੁਸੀਂ ਦੱਸ ਰਹੇ ਸੀਗੇ ਵੀ ਜਿਵੇਂ ਗੁਰਦੁਆਰਾ ਸਾਹਿਬ ਦਾ ਵੀ ਵਧੀਆ ਤੁਸੀਂ ਬੜਾ ਸ਼ਾਨਦਾਰ ਬਣਾਇਆ, ਮੈਨੂੰ ਵੀਡੀਓ ਬਾਈ ਹੁਣਾਂ ਨੇ ਦਿਖਾਈ ਆ। ਤਾਂ ਫਿਰ ਪਿੰਡ 'ਚ ਹੋਰ ਫਿਰ ਤੁਸੀਂ ਫਿਰ ਨਾਲ ਦੀ ਨਾਲ, ਕਿਉਂਕਿ ਸਰਪੰਚ ਵੀ ਤੁਹਾਡੇ ਕੋਲ ਆ। ਹਾਂਜੀ, ਪਹਿਲੋਂ ਜਿੱਦਾਂ ਕੋਈ ਹੁਣ ਤੇ ਸਰਪੰਚ ਹੀ ਹੈ ਨਹੀਂ ਆਪਣੇ ਕੋਲ, ਇਕੱਲੀ ਲੰਬੜਦਾਰੀ ਆ। ਤੇ ਜਿੱਦਾਂ ਪਹਿਲੋਂ ਦੇ ਸਾਰੇ ਕੰਮ, ਜੇ ਆਵਾਜਾਈ ਦਾ, ਇੱਧਰ ਉੱਧਰ ਦਾ, ਕਚਹਿਰੀਆਂ ਦਾ, ਥਾਣਿਆਂ ਦਾ ਕੰਮ ਹਜੇ ਵੀ ਚੱਲਦਾ ਹੀ ਰਹਿੰਦਾ ਵਾ। ਆਪਣਾ ਜਿੰਨੇ ਲੰਬੜਦਾਰੀ ਦਾ ਕੰਮ ਕਰੀ ਜਾਂਦਾ ਭਰਾ। ਤੇ ਬਾਕੀ ਪਹਿਲੋਂ ਕੋਈ ਵੀ ਰਾਹ ਤੇ ਇੱਟਾਂ ਲੱਗਣੀਆਂ ਜਾਂ ਹੋਰ ਕੋਈ ਪੰਚਾਇਤੀ ਕੰਮ ਸਾਰਾ ਕਰਦੇ ਰਹੇ। ਕੋਈ ਵੀ ਕਰਨਾ ਨਾ ਇਲਾਕੇ ਦੇ ਸਹਿਯੋਗ ਨਾਲ, ਚਲੋ ਪਹਿਲੇ ਨੰਬਰ ਤੇ ਅਸੀਂ ਪਹਿਲੇ ਸੀ ਕਰੀਦੀ ਆ, ਸਾਰਾ ਇਲਾਕਾ ਸਹਿਯੋਗ ਕਰਦਾ ਤੇ ਸਾਰੇ ਕਰੀਦੇ ਲਗਭਗ। ਬਾਕੀ ਨੰਬਰਦਾਰਾਂ ਵਾਂਗੂ ਤਾਂ ਨਹੀਂ ਚੱਲਦਾ ਕੰਮ। ਨਹੀਂ ਬਹੁਤ ਕਿਰਪਾ ਮਾਲਕ ਦੀ ਜੀ, ਇਦਾਂ ਦੀ ਕੋਈ ਲੋੜ ਹੀ ਨਹੀਂ ਜੀ। ਸ਼ਾਇਦ ਚੱਲੇ ਅੱਗੇ ਜਾ ਕੇ, ਅਜੇ ਸ਼ੁਰੂਆਤ ਹੀ ਕੀਤੀ ਆ। ਪਤਾ ਲੱਗਾ ਸੀ ਵੀ ਬਾਈ ਦਾ ਤਾਂ ਪੀੜ੍ਹੀਆਂ ਤੋਂ ਕੰਮ ਚੱਲਦਾ ਹੁੰਦਾ, ਪਹਿਲਾਂ ਫਾਦਰ ਸਾਹਿਬ ਸੀ। ਗੱਲ ਭਾਜੀ ਇਹ ਆ ਕਿ ਇਹਨਾਂ ਨੇ ਲੰਬੜਦਾਰੀ ਸਰਪੰਚੀ ਦੇ ਵਿੱਚ ਇਹ ਕੰਮ ਕੀਤਾ ਕਿ ਆਪਦੀ ਪੈਲੀ ਦੇ ਵਿੱਚ ਹੀ ਛੱਪੜ ਛੱਡਿਆ, ਆਪਦੀ ਪੈਲੀ ਦੇ ਵਿੱਚ ਹੀ ਸਿਵੇ ਬਣਾਏ ਆ। ਪੰਚਾਇਤੀ ਪੈਲੀ ਦਾ ਕੋਈ ਵੀ ਇੱਥੇ ਰੋਲ ਨਹੀਂਗਾ, ਇਹਨਾਂ ਨੇ ਆਪਦੇ ਕੋਲੋਂ ਛੱਡੀ। ਵੱਡੇ ਦਿਲ ਆ ਤਾਂ ਹੀ ਵੱਡੀਆਂ ਬਰਕਤਾਂ ਨੇ। ਤਾਂ ਅਖੀਰ ਦੇ ਵਿੱਚ ਗੁਰਮੁਖ ਸਿੰਘ ਜੀ, ਮੈਂ ਇਹੀ ਚਾਹੂੰਗਾ ਇੱਕ ਮੈਸੇਜ ਜ਼ਰੂਰ ਦਿਓ ਲੋਕਾਂ ਨੂੰ, ਕਿਉਂਕਿ ਜਿਹੜੇ ਲੋਕ ਤਾਂ ਸੰਘਰਸ਼ ਤੋਂ ਭੱਜਦੇ ਨੇ, ਇੱਕ ਤਾਂ ਲੋਕ ਕਹਿੰਦੇ ਕਿ ਅਸੀਂ ਇਕੱਠੇ ਨਹੀਂ ਰਹਿਣਾ, ਮੈਂ ਕਹਿੰਦਾ ਕਿ ਇੱਕ ਉਹਨਾਂ ਨੂੰ ਜ਼ਰੂਰ ਮੈਸੇਜ ਦਿਓ ਜੀ। ਬਸ ਮੈਸੇਜ ਹੈ, ਮਿਲ ਜੁਲ ਕੇ ਰਹੋ, ਮਿਹਨਤ ਕਰੋ ਤੇ ਫਲ ਅਕਾਲ ਪੁਰਖ ਆਪੇ ਲਾਉਂਦਾ ਵਾ। ਮਿਹਨਤ ਕਰੋ, ਕੰਮ ਤੇ ਰਿਸਕ ਲੈ ਕੇ ਹੁੰਦੇ, ਕਰਨੇ ਪੈਂਦੇ, ਕਰਨੇ ਚਾਹੀਦੇ ਆ।
ਮਿਹਨਤ ਡਟ ਕੇ ਕਰੋ, ਕਾਮਯਾਬੀ ਅਕਾਲ ਪੁਰਖ ਹਮੇਸ਼ਾ ਬਖਸ਼ਦਾ। ਧੰਨਵਾਦ ਬਹੁਤ ਚੰਗਾ ਲੱਗਾ ਗੱਲਬਾਤ ਕਰਕੇ, ਪਰਿਵਾਰ ਨੂੰ ਮਿਲ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤਾਂ ਇਹ ਕੱਲੀਆਂ ਕੋਠੀਆਂ ਜਿਹੜੀਆਂ ਬਣੀਆਂ ਨਾ ਤੁਸੀਂ ਦੇਖੋ, ਪਰ ਇਹ ਬਣੀਆਂ ਕਿਵੇਂ ਨੇ ਪਿੱਛੋਂ ਉਹ ਦੇਖਣ ਵਾਲੀ ਗੱਲ ਆ, ਕਿਉਂਕਿ ਅਕਸਰ ਮੈਂ ਕਹਿਣਾ ਹੁੰਦਾ ਕਿ ਗੁੱਡੀ ਚੜੀ ਤਾਂ ਹਰ ਕੋਈ ਦੇਖਦਾ, ਪਰ ਚੜੀ ਕਿਵੇਂ ਆ ਉਹ ਕੋਈ ਨਹੀਂ ਦੇਖਦਾ। ਤਾਂ ਪਰਿਵਾਰ ਅੱਜ ਸੁਖੀ ਵਸ ਰਿਹਾ ਹੈ ਇਹ ਸੰਘਰਸ਼ ਦੀ ਬਦੌਲਤ। ਗੁਰਮੁਖ ਸਿੰਘ ਹੋਣਾ ਨੇ ਆਪਣੀ ਜ਼ਿੰਦਗੀ ਤੋਂ ਕੁਝ ਹਟ ਕੇ ਕਰਨ ਦੀ ਕੋਸ਼ਿਸ਼ ਕੀਤੀ, ਲੀ ਤੋਂ ਹਟ ਕੇ ਕੁਝ ਕੀਤਾ, ਤੇ ਤਾਂ ਹੀ ਉਹਨਾਂ ਨੂੰ ਕਾਮਯਾਬੀ ਅੱਜ ਉਹਨਾਂ ਦੀ ਝੋਲੀ ਦੇ ਵਿੱਚ ਪਈ ਹੈ। ਇਹ ਇੱਕ ਬਹੁਤ ਵਧੀਆ ਗੱਲ ਹੈ ਕਿ ਜਦੋਂ ਇਕੱਠੇ ਹੋਵੋਗੇ ਤਾਂ ਜਦੋਂ ਮੁੱਠੀ ਇੱਕ ਹੋਊਗੀ ਤਾਂ ਉਦੋਂ ਬਰਕਤਾਂ, ਉਦੋਂ ਪ੍ਰਮਾਤਮਾ ਦੀ ਮਿਹਰ ਵੀ ਜਿਹੜੀ ਹੈ ਸਭ ਤੋਂ ਵੱਧ ਤੁਹਾਡੇ ਉੱਪਰ ਵਰਤਦੀ ਹੈ। ਕੈਮਰਾਮੈਨ ਮਨੀਸ਼ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ।